ਜਦੋਂ ਕਿਸਾਨਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਖੇਤੀ ਬਚਾਓ ਲੋਕਤੰਤਰ ਬਚਾਓ ਮੁਹਿੰਮ ਦੇ ਤਹਿਤ ਰੋਸ ਮਾਰਚ ਕੱਢਿਆ ਗਿਆ ਤਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਈ ਕਿਸਾਨ ਆਗੂਆਂ ਅਤੇ ਕਲਾਕਾਰਾਂ ਦੇ ਉੱਤੇ ਪਰਚੇ ਦਰਜ ਕਰ ਲਏ ਗਏ ਸੀ। पर पर्चे दर्ज करके चंडीगढ़ पुलिस कसूती फस गई है। पंजाबी गायक जस बाजवा ते भी पर्चा दर्ज किया गया सी, जिस नूं लैके जस बाजवा ने पुलिस ते वड्डे सवाल उठा दिते ने। बाजवा ने कहा कि वो तां हरियाणा के किसानां दे नाल मोर्चे दे विच शामिल सी, जिन्हां ने कोई बैरीकेड नहीं तोड़िया ते ना ही चंडीगढ़ दे विच दाखल होए, फिर उन्हां ते पर्चा किवें हो सकदा है। इस दे नाल ही बाजवा ने होर की कुछ अहम खुलासे कीते, तुसीं आप ही सुन लवो। चंडीगढ़ पुलिस प्रशासन वालों साडे ते मेरे ते सोनिया मान ते एक FIR लखे सिधाने ते सारियां ते एक FIR कट्टी गई है, बल्कि वो तां कट्टी गई है कि सरकारी 7 धारा 8 लाइयां ने, तुसीं देख सकते हो सारे। जे कहने हो तो मैं बोल के भी दस सकदा 147 148 149 186 188 332 341 ਤੇ 353 ਇਹ 8 ਧਾਰਾਂ ਮੇਰੇ ਤੇ ਲਾਈਆਂ ਨੇ ਉਹਨਾਂ ਨੇ ਕਿ ਚੰਡੀਗੜ੍ਹ ਦੇ ਵਿੱਚ ਵੜ ਕੇ ਅਨੁਸ਼ਾਸਨ ਦੀ ਉਲੰਘਣਾ ਕਰਕੇ ਜਾਂ ਸਰਕਾਰੀ ਸਮਾਨ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਮਾਣਯੋਗ ਜਿਹੜੇ ਸਾਡੇ DC ਸਾਹਿਬ ਨੇ ਉਹਨਾਂ ਦੀ ਗੱਲ ਨਾ ਮੰਨਣ ਲਈ ਇਹ ਸਾਰੀਆਂ ਧਾਰਾਵਾਂ ਸਾਡੇ ਤੇ ਲੱਗੀਆਂ ਨੇ। ਬਲਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਤਾਂ ਕਿਸਾਨੀ ਸੰਘਰਸ਼ ਚੱਲ ਰਿਹਾ 7 ਮਹੀਨੇ ਕਿਸਾਨੀ ਸੰਘਰਸ਼ ਚੱਲ ਰਿਹਾ 7 ਮਹੀਨੇ ਸਾਨੂੰ ਦਿੱਲੀ ਬੈਠਿਆਂ ਨੂੰ ਹੋ ਗਏ ਤੇ ਉਦੋਂ ਪਹਿਲਾਂ 7 ਮਹੀਨੇ ਸਾਨੂੰ ਦਿੱਲੀ ਬੈਠਿਆਂ ਨੂੰ ਹੋ ਗਏ ਤੇ ਉਦੋਂ ਪਹਿਲਾਂ 2 ਤੋਂ 3 ਮਹੀਨੇ ਸਾਨੂੰ ਪੰਜਾਬ 'ਚ ਸੰਘਰਸ਼ ਕਰਦਿਆਂ ਨੂੰ ਹੋ ਗਏ। ਉਹ ਦੌਰ ਸੀ ਪੰਜਾਬ ਦਾ ਜਦੋਂ ਇਹ ਕਾਲੇ ਕਾਨੂੰਨ ਆਏ ਨੇ। ਸਾਡੇ ਬਜ਼ੁਰਗ ਕਿਵੇਂ ਟੋਲ ਪਲਾਜ਼ਿਆਂ ਤੇ ਬੈਠੇ ਸੀ, ਰੇਲਵੇ ਲਾਈਨਾਂ ਰੋਕ ਕੇ ਬੈਠੇ ਸੀ। ਫਿਰ ਸਾਰਿਆਂ ਦੀ ਇਹ ਸਲਾਹ ਹੋਈ ਕਿ ਹੁਣ ਅਸੀਂ ਦਿੱਲੀ ਜਾਵਾਂਗੇ, ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਗਏ। ਪੂਰੀ ਦੁਨੀਆ ਦੇ ਵਿੱਚ ਸਾਡਾ ਸੰਘਰਸ਼ ਗਿਆ, ਜਿਹਨੂੰ ਇਹ ਕਹਿ ਕੇ ਭੰਡ ਦਿੱਤਾ ਜਾਂਦਾ ਸੀ ਕਿ ਪੰਜਾਬ ਦਾ ਸੰਘਰਸ਼ ਹੈ, ਇਹਨਾਂ ਨੂੰ ਪਾਕਿਸਤਾਨ ਦੀ ਫੰਡਿੰਗ ਹੈ, ਇਹ ਚਾਈਨਾ ਦੀ ਸ਼ਹਿ 'ਤੇ ਨੱਚਦੇ ਨੇ, ਇਹ ਤਾਂ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਹ ਕਿਸਾਨ ਹੈ ਹੀ ਨਹੀਂ, ਮੁੱਠੀ ਭਰ ਲੋਕ ਨੇ। ਪੰਜਾਬ 'ਚੋਂ ਨਿਕਲੇ ਨਾਲ ਹਰਿਆਣਾ ਜੁੜ ਗਿਆ, ਹਰਿਆਣੇ ਤੋਂ ਅੱਗੇ ਉੱਧਰੋਂ UP UK ਉੱਤਰਾਖੰਡ ਰਾਜਸਥਾਨ ਆ ਗਿਆ। ਸੋ ਇੱਕ ਵੱਡੀ ਤਾਦਾਦ ਕਿਸਾਨ ਭਾਈਚਾਰੇ ਦੀ ਦਿੱਲੀ ਦੀਆਂ ਸਰਹੱਦਾਂ 'ਤੇ ਆ ਕੇ ਬਹਿ ਗਈ ਤੇ ਜੱਦੇ ਬਰਕਰਾਰ ਨੇ। 11 ਬੇਸਿੱਟਾ ਮੀਟਿੰਗਾਂ ਕੇਂਦਰ ਸਰਕਾਰ ਨਾਲ ਸਾਡੀਆਂ ਹੁਣ ਤੱਕ ਹੋ ਚੁੱਕੀਆਂ ਨੇ। ਵੱਡੀ ਗੱਲ ਇਹ ਹੈ ਕਿ ਕਿਸਾਨੀ ਸੰਘਰਸ਼ ਨੂੰ ਚੱਲਦੇ ਨੂੰ ਲੰਮਾ ਸਮਾਂ ਹੋ ਗਿਆ ਤੇ ਕਈ ਰੁੱਤਾਂ ਬਦਲ ਗਈਆਂ, ਕਿੱਡੀਆਂ ਇਹਦੇ ਵਿੱਚ ਕੁਰਬਾਨੀਆਂ ਨੇ। ਤੁਸੀਂ ਸਭ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਦੇਖੀਆਂ ਨੇ ਜੋ ਵਾਇਰਲ ਹੋਈਆਂ ਨੇ, ਕਿਵੇਂ ਸਾਡੇ ਬਜ਼ੁਰਗਾਂ ਤੇ ਲਾਠੀ ਚਾਰਜ ਕੀਤਾ ਗਿਆ। ਪੱਗ ਜਿਹਨੂੰ ਅਸੀਂ ਆਪਣੇ ਸਿਰ ਦਾ ਤਾਜ ਮੰਨਦੇ ਹਾਂ, ਗੰਦੇ ਪਾਣੀ ਦੀਆਂ ਵਿਛਾੜਾਂ ਮਾਰ ਕੇ ਉਹ ਪੱਗਾਂ ਨੂੰ ਕਿਵੇਂ ਪੈਰਾਂ ਦੇ ਵਿੱਚ ਰੋਲਿਆ ਗਿਆ। 550 ਤੋਂ ਉੱਤੇ ਸ਼ਹਾਦਤਾਂ ਇਸ ਸੰਘਰਸ਼ ਦੇ ਵਿੱਚ ਹੋ ਗਈਆਂ। ਸਾਰਾ ਕੁਝ ਚੱਲ ਰਿਹਾ ਸੀਗਾ, ਗੌਰਮੈਂਟ ਨਾਲ ਲਗਾਤਾਰ ਗੱਲਬਾਤ ਵੀ ਜਾਰੀ ਸੀ। 11 ਬੇਸਿੱਟਾ ਮੀਟਿੰਗਾਂ ਤੋਂ ਬਾਅਦ ਹੁਣ ਲਗਾਤਾਰ ਮੰਗ ਪੱਤਰ ਰੱਖੇ ਜਾ ਰਹੇ ਸੀ ਕਿ ਦੱਸੋ ਅਗਲੀ ਗੱਲਬਾਤ ਲਈ ਤੁਸੀਂ ਸਾਡੇ ਲਈ ਕੀ ਰਾਹ ਖੋਲ ਰਹੇ ਹੋ। ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਕਿ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਗੱਲ ਦੁਬਾਰੇ ਰਿਪੀਟ ਕਰਦੇ ਆ ਕਿ ਰੱਦ ਨਹੀਂ ਹੋਣਗੇ, ਜੇ ਤੁਸੀਂ ਸੋਧਾਂ ਕਰਵਾਉਣੀਆਂ ਨੇ ਤਾਂ ਤੁਸੀਂ ਸਾਡੇ ਕੋਲ ਐਨੀ ਟਾਈਮ ਆਓ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਸਾਡਾ ਕਿਸਾਨ ਭਾਈਚਾਰਾ ਬੈਠਾ ਉਹਦੇ ਦਿਲ ਨੂੰ ਚੋਟ ਪਹੁੰਚਦੀ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਦੀ ਸ਼ਕਤੀ ਹੈ ਜਿਹੜੀ ਉਹ ਸਭ ਤੋਂ ਵੱਡੀ ਹੁੰਦੀ ਹੈ। ਲੋਕਤੰਤਰ ਦਾ ਮਤਲਬ ਇਹੀ ਹੁੰਦਾ ਕਿ ਜਿੱਥੇ ਸਰਕਾਰਾਂ ਨੂੰ ਲੋਕ ਚੁਣਦੇ ਆ ਆਪਣੇ ਅਨੁਸਾਰ, ਜਿਨ੍ਹਾਂ ਨੂੰ ਲੱਗਦਾ ਕਿ ਹਾਂ ਇਹ ਸਾਡੀ ਗੱਲ ਅੱਗੇ ਜਾ ਕੇ ਰੱਖਣਗੇ। ਪਰ ਇੱਥੇ ਕੀ ਹੋਇਆ, ਇੱਥੇ ਉਲਟ ਹੋਇਆ। ਸੈਂਟਰ ਸਰਕਾਰ ਸਾਡੇ ਤੇ ਕਦੇ ਤਾਂ ਬਿਨਾਂ ਪੁੱਛੇ ਤੋਂ ਐਸੇ ਕਾਨੂੰਨ ਲਾਗੂ ਕਰਵਾ ਦਿੱਤੇ ਜਾਂਦੇ ਆ ਕਿ ਜਿਹਦਾ ਕਿਸਾਨੀ ਨੂੰ ਬਿਲਕੁਲ ਵੀ ਇੱਕ ਧੇਲੇ ਪੈਸੇ ਦਾ ਵੀ ਫਾਇਦਾ ਨਹੀਂ ਹੈਗਾ। ਫਿਰ ਗੱਲ ਇਹ ਹੈ ਕਿ ਜੇ ਕਾਨੂੰਨ ਲਾਗੂ ਕਰਨੇ ਸੀ ਤਾਂ ਕੋਈ ਸਾਡੇ ਬੁੱਧੀਜੀਵੀ ਜਿਹੜੇ ਪੰਜਾਬ ਦੀ ਖੇਤੀ ਤੇ ਰਿਸਰਚ ਕਰਦੇ ਆ ਉਹਨਾਂ ਨੂੰ ਵਿੱਚ ਬਿਠਾਉਂਦੇ, ਉਹਨਾਂ ਤੋਂ ਪੁੱਛਦੇ। ਆਪਣੀ ਮਰਜ਼ੀ ਨਾਲ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਦੇਣ ਦਾ ਇੱਕ ਐਸਾ ਖਰੜਾ ਤਿਆਰ ਕੀਤਾ ਜਿਹਦੇ ਲਈ ਪੰਜਾਬ ਨੇ ਸੰਘਰਸ਼ ਲਿਖਿਆ, ਪੰਜਾਬ ਨੇ ਸੰਘਰਸ਼ ਦੀ ਅਗਵਾਈ ਕੀਤੀ। ਸਾਰਾ ਕੁਝ ਚੱਲ ਰਿਹਾ ਸੀ। ਹੁਣ ਪਿਛਲੇ 3-4 ਮਹੀਨਿਆਂ ਦਰਮਿਆਨ ਅਸੀਂ ਕੋਵਿਡ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀਆਂ ਜਿਹੜੀਆਂ ਗਤੀਵਿਧੀਆਂ ਸੀ, ਸਾਡੇ ਜਿਹੜੇ ਪ੍ਰੋਗਰਾਮ ਸੀ, ਸੰਯੁਕਤ ਮੋਰਚੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੋਵਿਡ ਚੱਲ ਰਿਹਾ ਦੇਸ਼ ਦੇ ਵਿੱਚ, ਅਸੀਂ ਸਾਥ ਦੇਣਾ ਦੇਸ਼ ਦਾ, ਕਿਉਂਕਿ ਦੇਸ਼ ਸਾਡਾ ਪੂਰਾ ਸਮਰਥਨ ਕੀਤਾ। ਕੋਈ ਸਾਡਾ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਸੀ। ਇਦੋਂ ਪਹਿਲਾਂ ਪਿਛਲੀ ਤਰੀਕ 26 ਨੂੰ ਅਸੀਂ ਪ੍ਰੋਗਰਾਮ ਉਲੀਕਿਆ ਕਿ ਘਰਾਂ ਦੇ ਉੱਤੇ ਕਾਲੀਆਂ ਝੰਡੀਆਂ ਲਾਉਣੀਆਂ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਘਰ ਤੇ ਹੁਣ ਤੱਕ ਕਾਲਾ ਝੰਡਾ ਲੱਗਿਆ ਤੇ ਗੱਡੀਆਂ ਤੇ ਕਾਲੀਆਂ ਝੰਡੀਆਂ ਲਾਉਣੀਆਂ ਨੇ। ਸੰਯੁਕਤ ਮੋਰਚੇ ਦਾ ਪ੍ਰੋਗਰਾਮ ਸੀ, ਅਸੀਂ ਇਸੇ ਸ਼ਹਿਰ ਮੋਹਾਲੀ ਦੇ ਵਿੱਚ ਉਹ ਪ੍ਰੋਗਰਾਮ ਕੀਤਾ।
ਅਨੁਸ਼ਾਸਨ 'ਚ ਰਹਿ ਕੇ ਪ੍ਰੋਗਰਾਮ ਕੀਤਾ। ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਰਿਹਾ, ਸਭ ਕੁਝ ਪੂਰੇ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਉਦੋਂ ਬਾਅਦ 'ਚ ਸੰਯੁਕਤ ਮੋਰਚੇ ਦੀ ਕਾਲ ਸੀ ਕਿ 26 ਤਰੀਕ ਨੂੰ ਆਪਣੇ ਆਪਣੇ ਸੂਬਿਆਂ ਦੇ ਗਵਰਨਰਾਂ ਨੂੰ ਅਸੀਂ ਮੰਗ ਪੱਤਰ ਦੇਣੇ ਨੇ ਕਿਸਾਨਾਂ ਨੇ ਕਿ ਸਾਡੀ ਜਿਹੜੀ ਮੰਗ ਹੈ ਤੁਸੀਂ ਸੈਂਟਰ ਗਵਰਨਮੈਂਟ ਕੋਲ ਜਾ ਕੇ ਰੱਖੋ। ਬੜਾ ਕੁਝ ਸਾਡੇ ਨਾਲ ਹੋ ਚੁੱਕਿਆ, ਬੜਾ ਕੁਝ ਇਸ ਕੁਰਬਾਨੀ ਹੈ, ਇਸ ਸੰਘਰਸ਼ 'ਚ ਅਸੀਂ ਦੇ ਚੁੱਕੇ ਹਾਂ। ਗਵਰਨਮੈਂਟ ਹੈ ਜਿਹੜੀ ਸਾਡੇ ਨਾਲ ਜਾਂ ਤਾਂ ਗੱਲਬਾਤ ਦਾ ਰਾਹ ਖੋਲ੍ਹੇ ਜਾਂ ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਉਹਦੇ ਸਬੰਧ 'ਚ ਜਿਹੜੀ 26 ਤਰੀਕ ਨੂੰ ਗਵਰਨਰ ਹਾਊਸ ਦਾ ਅਸੀਂ ਘਰਾ ਕਰਨਾ ਸੀ ਪ੍ਰੋਗਰਾਮ, ਇੱਥੇ ਮੋਹਾਲੀ ਵਿਖੇ ਰੱਖਿਆ ਹੋਇਆ ਸੀਗਾ ਸਿੰਘ ਸਭਾ ਅੰਬ ਸਾਹਿਬ ਗੁਰਦੁਆਰੇ ਦੇ ਕੋਲੇ। ਅੰਬ ਸਾਹਿਬ ਗੁਰਦੁਆਰੇ ਦੇ ਕੋਲੇ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤੇ ਜਿੱਥੇ ਮੇਰੇ ਨਾਲ ਸੰਯੁਕਤ ਮੋਰਚੇ ਦੇ ਹੋਰ ਵੀ ਉੱਚ ਅਧਿਕਾਰੀ ਆਗੂ ਜਿਹੜੇ ਸਾਡੇ ਜਥੇਦਾਰ ਨੇ, ਉਹਨਾਂ ਨੇ ਜਿਵੇਂ ਰਾਜੇਵਾਲ ਸਾਹਿਬ, ਹਰਮੀਤ ਕਾਦੀਆਂ, ਹੋਰ ਵੀ ਬੜੇ ਚਿਹਰੇ ਨੇ ਜਿਹੜੇ ਕਿਸਾਨੀ ਦੇ ਸੰਘਰਸ਼ ਨਾਲ ਚੱਲੇ ਹੋਇਆ, ਉਹਨਾਂ ਨੇ ਆਉਣਾ ਸੀ। ਤਾਂ ਮੈਂ ਜਦੋਂ ਇਹ ਮੌਕੇ ਤੇ ਘਰੋਂ ਨਿਕਲਿਆ, ਮੈਂ ਆਪਦੇ ਹਲੇ ਸੈਕਟਰ ਦੇ ਵਿੱਚ ਹੀ ਸੀਗਾ ਇੱਥੇ 91 ਦੇ, ਤਾਂ ਮੈਨੂੰ ਮਾਣਯੋਗ ਪ੍ਰਸ਼ਾਸਨ ਮੋਹਾਲੀ ਤੋਂ ਉੱਚ ਅਧਿਕਾਰੀਆਂ ਦਾ ਫੋਨ ਆਇਆ ਕਿ ਤੁਸੀਂ ਇੱਥੇ ਅੰਬ ਸਾਹਿਬ ਗੁਰਦੁਆਰੇ ਆਉਣ ਤੋਂ ਗਰੇਜ਼ ਕਰੋ, ਸਾਡੇ ਕੋਲ ਇੰਟੈਲੀਜੈਂਸ ਦੀ ਰਿਪੋਰਟ ਹੈ, ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਇੱਥੇ ਨਾ ਆਓ। ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਨੂੰ ਤਾਂ ਸੰਯੁਕਤ ਮੋਰਚੇ ਦੇ ਜਿਹੜੇ ਸਾਡੇ ਭਰਾ ਉੱਥੇ ਬੈਠੇ ਉਹ ਲਗਾਤਾਰ ਫੋਨ ਕਰ ਰਹੇ ਆ ਕਿ ਤੁਸੀਂ ਭਾਈ ਕਿੱਥੇ ਰਹਿ ਗਏ, ਤੁਸੀਂ ਲੇਟ ਹੋ ਗਏ, ਤੁਸੀਂ ਆਓ ਇੱਥੇ। ਉਹ ਕਹਿੰਦੇ ਸਾਡੀ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ, ਤੁਸੀਂ ਇੱਥੇ ਆਉਣ ਤੋਂ ਗਰੇਜ਼ ਕਰੋ। ਤਾਂ ਪ੍ਰਸ਼ਾਸਨ ਹੈ ਉਹਦੀ ਗੱਲ ਮੰਨਣਾ ਸਾਡਾ ਫਰਜ਼ ਹੈ, ਕਿਉਂਕਿ ਪਹਿਲਾਂ ਵੀ ਅਸੀਂ ਬੜੇ ਪ੍ਰੋਗਰਾਮ ਕੀਤੇ ਆ, ਇਸੇ ਸ਼ਹਿਰ ਦੇ ਵਿੱਚ ਕੀਤੇ ਆ, ਪੂਰੇ ਪੰਜਾਬ ਦੇ ਵਿੱਚ ਕੀਤੇ ਆ, ਕਦੇ ਵੀ ਪ੍ਰਸ਼ਾਸਨ ਨੇ ਕੋਈ ਇੱਦਾਂ ਫੋਨ ਕਰਕੇ ਨਹੀਂ ਰੋਕਿਆਗਾ। ਤਾਂ ਮੈਨੂੰ ਲੱਗਿਆ ਕਿ ਜੇ ਕੋਈ ਨਾ ਕੋਈ ਗੱਲ ਹੋਊਗੀ ਸਾਡੇ ਲਈ ਉਹ ਫਿਕਰਮੰਦ ਨੇ। ਮੈਂ ਉਹਨਾਂ ਦੀ ਗੱਲ ਮੰਨਦਾ ਹੋਇਆ ਮੈਂ ਕਿਹਾ ਠੀਕ ਹੈ ਸਰ, ਮੈਂ ਨਹੀਂ ਆਊਂਗਾ ਜੀ। ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਸੇ ਹੋਰ ਪਾਸੇ ਜਾ ਕੇ ਆਪਣੀ ਗੱਲ ਰੱਖ ਸਕਦਾ, ਕਿਉਂਕਿ ਕਿਸਾਨੀ ਅੱਜ ਇਕੱਲੀਆਂ ਹੱਦਾਂ ਤੱਕ ਨਹੀਂ ਰਹਿ ਗਈ ਕਿ ਪੰਜਾਬ ਦਾ ਸੰਘਰਸ਼ ਹੈ, ਹਰਿਆਣੇ ਦਾ, ਅੱਜ ਇਹ ਪੂਰੇ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਹਰਿਆਣੇ ਤੋਂ ਜਾ ਕੇ ਮੈਂ ਸੰਘਰਸ਼ ਗੱਲ ਆਪਦੀ ਰੱਖ ਸਕਦੇ ਹਾਂ, ਅਸੀਂ ਜਾ ਸਕਦੇ ਹਾਂ ਪ੍ਰੋਟੈਸਟ ਦੇ ਵਿੱਚ? ਉਹ ਕਹਿੰਦੇ ਤੁਸੀਂ ਬਿਲਕੁਲ ਜਾ ਸਕਦੇ ਹੋ। ਤਾਂ ਨਾਢਾ ਸਾਹਿਬ ਤੋਂ ਚੜੂਨੀ ਸਾਹਿਬ ਦੀ ਜਥੇਬੰਦੀ ਜਿਹੜੀ ਮੰਗ ਪੱਤਰ ਦੇਣ ਪ੍ਰਸ਼ਾਸਨ ਨੂੰ ਆ ਰਹੀ ਸੀ, ਗਵਰਨਰ ਸਾਹਿਬ ਨੂੰ ਆ ਰਹੀ ਸੀ, ਇੱਥੋਂ ਮੈਂ ਬਾਇਆ ਜਰਕਪੁਰ ਹੁੰਦੇ ਹੋਏ ਸੁਹਾਣਾ ਸਾਹਿਬ ਦੇ ਮੂਹਰੇ ਲੰਘ ਕੇ ਮੈਂ ਉੱਥੇ ਗਿਆ। ਬਹੁਤੇ ਵੀਰ ਮੀਡੀਆ ਵਾਲਿਆਂ ਨੇ ਉੱਥੇ ਮੈਨੂੰ ਕਵਰ ਵੀ ਕੀਤਾ। ਜਦੋਂ ਮੈਂ ਪਹੁੰਚਿਆ ਬਿਲਕੁਲ ਬੈਰੀਗੇਡ ਜਿਹੜਾ ਲਾਸਟ ਬੈਰੀਗੇਡ ਸੀ, ਸੰਯੁਕਤ ਮੋਰਚੇ ਦਾ ਇਹ ਪ੍ਰੋਗਰਾਮ ਸੀ ਕਿ ਲਾਸਟ ਬੈਰੀਗੇਡ ਤੇ ਜਾ ਕੇ ਅਸੀਂ ਬਹਿ ਜਾਾਂਗੇ ਤੇ ਉੱਥੋਂ ਅੱਗੇ 5 ਬੰਦੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਾਣਗੇ। ਤਾਂ ਉਸੇ ਦੇ ਅਕੋਰਡਿੰਗ ਮੈਂ ਚੜੂਨੀ ਸਾਹਿਬ, ਸਾਡੇ ਨਾਲ ਸਾਡੀ ਇੰਡਸਟਰੀ ਦੀ ਸੋਨੀਆ ਮਾਨ, ਬਲਕਿ ਉਹ ਵੀ ਮੇਰੇ ਨਾਲ ਸੀ। ਬਹੁਤੇ ਪੱਤਰਕਾਰ ਵੀਰਾਂ ਨੇ ਮੇਰਾ ਉੱਥੇ ਇੰਟਰਵਿਊ ਵੀ ਕੀਤਾ ਕਿ ਤੁਸੀਂ ਕਿਵੇਂ ਦੇਖਦੇ ਹੋ ਸੰਘਰਸ਼ ਨੂੰ, ਬਹੁਤ ਵੀਰ ਸੀਗੇ ਉੱਥੇ। ਤਾਂ ਅਸੀਂ ਉੱਥੇ ਗਏ, ਆਪਦੀ ਗੱਲ ਰੱਖੀ। ਯੋਗਿੰਦਰ ਯਾਦਵ ਜੀ, ਹੋਰ ਬੜੇ ਸੀਨੀਅਰ ਅਧਿਕਾਰੀ ਸੀਗੇ, ਆਗੂ ਸੀ ਸਾਡੇ, ਅਸੀਂ ਆਪਦੀ ਗੱਲ ਰੱਖੀ ਚੜੂਨੀ ਸਾਹਿਬ ਦੇ ਨਾਲ। ਮੈਂ ਉਹ ਸਾਰਾ ਜਿਹੜਾ ਕੱਲ੍ਹ ਦਾ ਵਿਚਾਰ ਚਰਚਾ ਜੋ ਵੀ ਸੰਘਰਸ਼ ਦੇ ਵਿੱਚ ਹੋਇਆ, ਮੈਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਵੀ ਪੋਸਟ ਕੀਤਾ, ਕਿਉਂਕਿ ਜਦੋਂ ਅਸੀਂ ਮੋਹਾਲੀ ਅੰਬ ਸਾਹਿਬ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤਾਂ ਮੈਨੂੰ ਉੱਥੋਂ ਫੋਨ ਬਹੁਤ ਆ ਰਹੇ ਸੀ ਕਿ ਬਾਈ ਜੀ ਤੁਸੀਂ ਕਿਉਂ ਨਹੀਂ ਆਏ। ਤਾਂ ਮੈਂ ਆਪਣੇ ਸੋਸ਼ਲ ਮੀਡੀਆ ਤੇ ਲਿਖ ਕੇ ਸਾਰਾ ਕੁਝ ਦੱਸਿਆ ਕਿ ਇਹ ਕਾਰਨ ਬਣੇ, ਇਹਨਾਂ ਕਾਰਨਾਂ ਕਰਕੇ ਮੈਂ ਮੋਹਾਲੀ ਅੰਬ ਸਾਹਿਬ ਨਹੀਂ ਆਇਆ ਤੇ ਮੈਂ ਹਰਿਆਣੇ ਚਲਾ ਗਿਆ। ਹਰਿਆਣੇ ਜਦੋਂ ਗਿਆ ਚੜੂਨੀ ਸਾਹਿਬ ਦੇ ਨਾਲ, ਮੈਂ ਉੱਥੇ ਜਾ ਕੇ ਜਿਹੜੇ ਸਾਡਾ ਭਾਈਚਾਰਾ, ਕਿਸਾਨ ਮਜ਼ਦੂਰ ਭਾਈਚਾਰਾ, ਨੌਜਵਾਨ ਉੱਥੇ ਆਏ ਹੋਏ ਸੀ, ਉਹਨਾਂ ਨੂੰ ਸੰਬੋਧਨ ਵੀ ਕੀਤਾ ਤੇ ਉਹਨਾਂ ਨੂੰ ਬਲਕਿ ਇਹ ਕਿਹਾ ਕਿ ਆਪਾਂ ਅਨੁਸ਼ਾਸਨ ਦੇ ਵਿੱਚ ਰਹਿਣਾ, ਕੋਈ ਬੈਰੀਗੇਟਿੰਗ ਨਹੀਂ ਤੋੜਨੀ, ਕੋਈ ਇੱਥੇ ਹੁੱਲੜਬਾਜ਼ੀ ਨਹੀਂ ਕਰਨੀ। ਜੋ ਸਾਨੂੰ ਸੰਯੁਕਤ ਮੋਰਚੇ ਨੇ ਕਿਹਾ ਅਸੀਂ ਉਹਦੇ ਅਕੋਰਡਿੰਗ ਹੀ ਅੱਜ ਦਾ ਪ੍ਰੋਗਰਾਮ ਕਰਾਂਗੇ। ਅਗਲੀ ਰਣਨੀਤੀ ਕੀ ਹੋਊਗੀ ਉਹ ਸੰਯੁਕਤ ਮੋਰਚਾ ਦੱਸੂਗਾ। ਸੰਬੋਧਨ ਕਰਕੇ ਉਸ ਤੋਂ ਬਾਅਦ ਗਵਰਨਰ ਸਾਹਿਬ ਦੇ ਕੁਝ ਉੱਥੋਂ ਉੱਚ ਅਧਿਕਾਰੀ ਆਏ, ਉਹਨਾਂ ਨੇ ਸਾਡੇ ਤੋਂ ਮੰਗ ਪੱਤਰ ਲਿਆ। ਮੈਂ, ਯੋਗਿੰਦਰ ਯਾਦਵ ਜੀ, 2-3 ਬੰਦੇ ਹੋਰ ਸੀ, ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਉਸ ਤੋਂ ਬਾਅਦ ਚੜੂਨੀ ਸਾਹਿਬ ਜਿਹੜੇ ਉਹ ਵਾਪਸ ਉਹਨਾਂ ਨੇ ਘਰਾ ਕਰਨਾ ਸੀ, ਕੋਈ ਬਿਜਲੀ ਦਾ ਬਿੱਲਾਂ ਦਾ ਕੋਈ ਸੀਗਾ ਉਹਨਾਂ ਦਾ ਹਰਿਆਣੇ ਦਾ ਮੁੱਦਾ। ਅਸੀਂ ਉਹਨਾਂ ਦੇ ਨਾਲ ਜਾਂਦੇ ਉਸ ਤੋਂ ਬਾਅਦ 'ਚ ਅਸੀਂ ਵਾਪਸ ਆਪਣੇ ਘਰੇ 91 ਸੈਕਟਰ ਆ ਗਏ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਿ ਜਾਂ ਤਾਂ ਉਹਨਾਂ ਨੂੰ ਕੋਈ ਗਲਤਫਹਿਮੀ ਲੱਗੀ ਹੈ, ਨਹੀਂ ਤਾਂ ਬਿਲਕੁਲ ਇਹ ਜਿਹੜੀਆਂ 8 ਧਾਰਾਵਾਂ ਲਾਈਆਂ ਨੇ ਬਿਨਾਂ ਕਿਸੇ ਸਬੂਤ ਤੋਂ, ਬਿਨਾਂ ਕਿਸੇ ਮੇਰੇ ਕੋਲ ਵੀਡੀਓ ਪਏ ਹੈ, ਫੋਨ ਦੀਆਂ ਲੋਕੇਸ਼ਨਾਂ, ਕਿ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਵੜਿਆ ਹੀ ਨਹੀਂ ਹੈਗਾ ਤਾਂ ਫਿਰ ਮੇਰੇ ਤੇ ਇਹ ਇੱਕ ਆਮ ਬੰਦੇ ਤੇ, ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਕਿਸਾਨੀ ਸੰਘਰਸ਼ ਦੇ ਨਾਲ ਚੱਲਣ ਵਾਲਾ ਮੈਂ ਬੰਦਾ ਹਾਂ, ਜਦੋਂ ਤੱਕ ਚੱਲੂਗਾ। ਮੈਂ ਇਹ ਵੀ ਅੱਜ ਗੱਲ ਕੈਮਰੇ ਤੇ ਕਹਿ ਰਿਹਾ, ਮੈਂ ਪਹਿਲਾਂ ਵੀ ਕਹੀ ਹੈ, ਪਹਿਲੇ ਦਿਨ ਕਹਿ ਕੇ ਚੱਲੇ ਸੀਗੇ ਸੰਯੁਕਤ ਮੋਰਚੇ ਦੇ ਨਾਲ ਆ। ਹੋ ਸਕਦਾ ਸਾਡੇ ਬੜੇ ਭੇਦਭਾਵ ਹੋਣ, ਸਾਡੇ ਉਹ ਵੱਡੇ ਨੇ, ਸਾਡਾ ਟਾਈਮ ਤੇ ਉਹਨਾਂ ਕੋਲੇ ਸਵਾਲ ਜਵਾਬ ਕਰਨਾ ਫਰਜ਼ ਬਣਦਾ, ਪਰ ਕੋਈ ਵੀ ਸਾਡਾ ਇਹ ਨਹੀਂ ਹੋਊਗਾ ਕਿ ਵੱਖ ਧੜਾ ਹੈ ਜਾਂ ਮੈਂ ਕਿਸੇ ਹੋਰ ਪੜਾਅ 'ਚ ਚਲੇ ਗਿਆ। ਸੰਯੁਕਤ ਮੋਰਚੇ ਦੇ ਪਹਿਲੇ ਦਿਨ ਇਹ ਗੱਲ ਕਹੀ ਸੀ, ਨਾਲ ਅਖੀਰਲੇ ਦਮ ਤੱਕ ਜਦੋਂ ਤੱਕ ਸੰਘਰਸ਼ ਚੱਲੂਗਾ ਨਾਲ ਰਵਾਂਗੇ। ਤਾਂ ਫਿਰ ਐਜ਼ ਐਨ ਪ੍ਰੋਟੈਸਟਰ ਮੇਰੇ ਉੱਤੇ ਇਹ 8 ਧਾਰਾਵਾਂ ਚੰਡੀਗੜ੍ਹ ਪੁਲਿਸ ਨੇ ਜਿਹੜੀਆਂ ਲਾਈਆਂ ਨੇ, ਮੈਂ ਪੁੱਛਣਾ ਚਾਹੁੰਦਾ ਵੀ ਕੋਈ ਇੱਕ ਸਬੂਤ ਉਹ ਮੈਨੂੰ ਦੇ ਦੇਣ ਕਿ ਮੈਂ ਚੰਡੀਗੜ੍ਹ ਦੇ ਵਿੱਚ ਹਾਂ, ਕਿਉਂ ਲਾਈਆਂ ਨੇ, ਜਾਂ ਤਾਂ ਫਿਰ ਉਹਨਾਂ ਨੂੰ ਕੋਈ ਗਲਤਫਹਿਮੀ ਹੋਈ ਹੈ ਜਾਂ ਉਹ ਪੁਖਤਾ ਦੁਬਾਰੇ ਇਹਦੀ ਜਾਂਚ ਪੜਤਾਲ ਕਰਨ। ਮੈਂ ਚੰਡੀਗੜ੍ਹ ਦੇ ਵਿੱਚ ਹਾਜ਼ਰ ਨਹੀਂ ਸੀ,
ਪ੍ਰਸ਼ਾਸਨ ਦਾ ਮੈਂ ਸਨਮਾਨ ਕਰਦਾ ਹਾਂ। ਹੋ ਸਕਦਾ ਹੈ ਪ੍ਰਸ਼ਾਸਨ ਦੀ ਵੀ ਕੋਈ ਮਜਬੂਰੀ ਹੋਵੇ, ਕਿਉਂਕਿ ਜਿਹੜੇ ਫੇਸ ਕਿਸਾਨੀ ਸੰਘਰਸ਼ ਦੇ ਵਿੱਚ ਚੱਲ ਰਹੇ ਹੈ, ਹੁਣ ਅੱਗੇ ਤੁਹਾਨੂੰ ਪਤਾ ਸਿਆਸੀ ਲੋਕਾਂ ਦਾ ਮਾਹੌਲ ਹੈ, ਇਲੈਕਸ਼ਨਾਂ ਆਉਣ ਵਾਲੀਆਂ ਨੇ, ਕਿਵੇਂ ਗੌਰਮੈਂਟ ਸੈਂਟਰ ਦੀ ਸਰਕਾਰ ਹੈ ਜਿਹੜੀ ਪ੍ਰੈਸ਼ਰਾਈਜ਼ ਕਰਕੇ ਪ੍ਰਸ਼ਾਸਨ ਦੇ ਥਰੂ ਇਹ ਕੰਮ ਕਰਵਾ ਰਹੀ ਹੈ। ਪ੍ਰਸ਼ਾਸਨ ਦਾ ਵੀ ਇਹਦੇ 'ਚ ਮੈਂ ਕੋਈ ਜ਼ਿਆਦਾ ਪੁਖਤਾ ਦੋਸ਼ ਨਹੀਂ ਕੱਢੂੰਗਾ, ਪਰ ਪ੍ਰਸ਼ਾਸਨ ਨੂੰ ਮੈਂ ਇੰਨੀ ਗੱਲ ਜ਼ਰੂਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਹੂੰਗਾ ਕਿ ਜਦੋਂ ਮੈਂ ਉੱਥੇ ਹੈ ਹੀ ਨਹੀਂ ਸੀਗਾ ਤਾਂ ਫਿਰ ਇਹ 8 ਧਾਰਾਵਾਂ ਜਿਹੜੀਆਂ ਮੇਰੇ ਤੇ ਲੱਗੀਆਂ ਨੇ, ਇਹਦਾ ਕੋਈ ਮੈਨੂੰ ਪੁਖਤਾ ਉਹ ਜ਼ਿਆਦਾ ਸਬੂਤ ਦੇ ਦੇਣ, ਮੈਂ ਬਿਲਕੁਲ ਕੋਆਪਰੇਟ ਕਰਨ ਨੂੰ ਤਿਆਰ ਹਾਂ, ਜਾਂ ਮੈਨੂੰ ਜਵਾਬ ਦੇ ਦੇਣ ਕਿ ਕਿਸ ਬਿਹਾਫ ਤੇ ਇਹ FIR ਮੇਰੇ ਤੇ ਦਰਜ ਕੀਤੀ ਗਈ ਹੈ। ਜੇ ਮੇਰਾ ਪ੍ਰਸ਼ਾਸਨ ਕੋਲੇ ਕੋਈ ਸਬੂਤ ਹੈ ਕਿ ਮੈਂ ਚੰਡੀਗੜ੍ਹ ਦੇ ਵਿੱਚ ਦਾਖਲ ਸੀ ਜਾਂ ਮੈਂ ਕੋਈ ਭੰਨ ਤੋੜ ਕੀਤੀ ਹੈ, ਤਾਂ ਮੈਂ ਆਪ ਬਿਲਕੁਲ ਚੱਲ ਕੇ ਜਾਣ ਨੂੰ ਤਿਆਰ ਹਾਂ, ਮੈਂ ਆਪ ਆਪਣਾ ਗੁਨਾਹ ਕਬੂਲ ਕਰਨ ਨੂੰ ਤਿਆਰ ਹਾਂ। ਬਟ ਮੈਂ ਕੱਲ ਚੜੂਨੀ ਸਾਹਿਬ ਦੇ ਨਾਲ ਮੇਰੇ ਸੋਸ਼ਲ ਮੀਡੀਆ ਤੇ ਸਾਰੀਆਂ ਵੀਡੀਓਜ਼ ਪਈਆਂ ਨੇ, ਮੇਰੀਆਂ ਲੋਕੇਸ਼ਨਾਂ ਤੁਸੀਂ ਫੋਨ ਦੀਆਂ ਦੇਖ ਸਕਦੇ ਹੋ। ਵੱਡੀ ਗੱਲ ਇਹ ਹੈ ਕਿ ਮੀਡੀਆ ਉੱਥੇ ਸੀਗਾ, ਉਹਨਾਂ ਨੇ ਮੈਨੂੰ ਲਾਈਵ ਵੀ ਚਲਵਾਇਆ ਉੱਥੋਂ। ਇਹਦੇ 'ਚੋਂ ਕਈ ਚੈਨਲ ਜਿਹੜੇ ਜਿੰਨੇ ਤੁਸੀਂ ਭਰਾ ਆਏ ਹੋ ਉੱਥੇ ਮੌਜੂਦ ਸੀ, ਉਹਨਾਂ ਨਾਲ ਮੈਂ ਲਾਈਵ ਗੱਲਬਾਤ ਵੀ ਕੀਤੀ ਹੈ। ਇਹ ਸਿਰਫ ਸਾਡਾ ਮਨੋਬਲ ਤੋੜਨ ਦੇ ਲਈ ਕਿ ਇਹ ਆਪਣਾ ਡਰ ਕੇ ਕਿਸਾਨੀ ਸੰਘਰਸ਼ ਤੋਂ ਪਿੱਛੇ ਹਟ ਜਾਣਗੇ, ਕਿਉਂਕਿ ਪਰਚਿਆਂ ਦਾ ਡਰ, ਜਿਵੇਂ ਪਹਿਲਾਂ ਸੈਂਟਰ ਦੀ ਗਵਰਨਮੈਂਟ ਨੇ ਸਾਡੇ ਤੇ ਲਗਾਤਾਰ ਜਿਹੜੇ ਕਿਸਾਨੀ ਸੰਘਰਸ਼ 'ਚ ਅਸੀਂ ਗੀਤ ਗਾਉਂਦੇ ਸੀ, ਸਾਡੇ ਤੇ ਉਵੇਂ ਸਾਨੂੰ ਡਰਾਇਆ ਗਿਆ। ਹੁਣ ਇਹ ਸ਼ਰੇਆਮ ਖੁੱਲ੍ਹਾ, ਅਸੀਂ ਉੱਥੇ ਪਹੁੰਚੇ ਵੀ ਨਹੀਂ, ਉਵੇਂ ਵੀ ਪਰਚਿਆਂ ਦਾ ਡਰ ਉਹਨਾਂ ਨੂੰ ਹੋਊਗਾ ਕਿ ਪਰਚਿਆਂ ਤੋਂ ਡਰ ਕੇ ਇਹ ਆਪਦੇ ਘਰੇ ਬਹਿ ਜਾਣਗੇ। ਤਾਂ ਬਿਲਕੁਲ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ, ਜੇ ਇਹ ਪਰਚਿਆਂ ਤੋਂ ਡਰਾ ਕੇ ਸਾਨੂੰ ਘਰੇ ਬਿਠਾਉਣ ਦੀ ਸਿਰਫ ਇੱਕ ਸਿਆਸਤ ਹੈ ਜਾਂ ਇਹ ਰਾਜਨੀਤੀ ਹੈ, ਤਾਂ ਉਹਦੇ ਲਈ ਤਾਂ ਮੈਂ ਇਹ ਜਵਾਬ ਦੇਣਾ ਚਾਹੁੰਦਾ ਕਿ ਬਿਲਕੁਲ ਵੀ ਨਹੀਂ ਘਰੇ ਬੈਠਾਂਗੇ। ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ ਨੇ ਜਿਹੜੇ ਰੱਦ ਨਹੀਂ ਹੁੰਦੇ, ਉਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜੇ ਆ, ਕਿਸਾਨ ਭਾਈਚਾਰੇ ਦੇ ਨਾਲ, ਮਜ਼ਦੂਰ ਭਾਈਚਾਰੇ ਦੇ ਨਾਲ ਹਿੱਕ ਠੋਕ ਕੇ ਖੜੇ ਆ ਤੇ ਖੜੇ ਰਹਾਂਗੇ ਅਖੀਰਲੇ ਦਮ ਤੱਕ। ਕੋਈ ਸਾਡੇ ਦਿਲ 'ਚ ਜਦੋਂ ਕੋਈ ਅਸੀਂ ਗੁਨਾਹ ਕੀਤਾ ਨਹੀਂ ਤਾਂ ਸਾਡੇ ਦਿਲ 'ਚ ਡਰ ਕਾਹਦਾ? ਕੋਈ ਗੱਲ ਨਹੀਂ, ਇਹਦੀ ਵੀ ਅਸੀਂ ਮੈਂ ਆਪਣੇ ਲੀਗਲ ਵਕੀਲਾਂ ਦੀ ਜਿਹੜੀ ਮੇਰੀ ਟੀਮ ਹੈ ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ, ਕਿਉਂਕਿ ਥੋੜਾ ਟਾਈਮ ਪਹਿਲਾਂ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਿਆ, ਘੰਟਾ ਡੇਢ ਘੰਟੇ ਪਹਿਲਾਂ, ਕਿ ਇਹ ਪਰਚਾ ਮੇਰੇ ਤੇ ਪੈ ਚੁੱਕਿਆ। ਮੈਂ ਤਾਂ ਗੁਰੂ ਘਰ ਮੱਥਾ ਟੇਕਣ ਗਿਆ ਹੋਇਆ ਸੀਗਾ, ਐਤਵਾਰ ਦਾ ਦਿਨ ਹੈ। ਪਰ ਕੋਈ ਗੱਲ ਨਹੀਂ, ਸੰਯੁਕਤ ਕਿਸਾਨ ਮੋਰਚੇ ਨਾਲ ਅਗਲੀ ਗੱਲਬਾਤ ਵੀ ਕਰਾਂਗੇ ਕਿ ਇਹਦੇ ਤੇ ਕੀ ਕਾਰਵਾਈ ਕਰਨੀ ਹੈ, ਤੇ ਆਪਣਾ ਜਿਹੜਾ ਮੇਰੀ ਲੀਗਲ ਟੀਮ ਹੈ, ਜਿਹੜੇ ਮੇਰੇ ਵਕੀਲ ਸਾਹਿਬਾਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਕੇ ਇਸ ਨੋਟਿਸ ਤੇ ਅਸੀਂ ਅਗਲੀ ਕਾਰਵਾਈ ਬਹੁਤ ਜਲਦੀ ਕਰਾਂਗੇ।